ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਇਸ ਪਾਵਨ ਵਾਰ ਦੇ ਚੌਥੇ ਪਾਵਨ ਸ਼ਲੋਕ ਦੇ ਅੰਦਰ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਜੋ ਆਸੀਸ ਬਖਸ਼ਦੇ ਨੇ, ਉਹ ਅਕਾਲ ਪੁਰਖ ਪਰਮੇਸ਼ਰ ਜਿਸ ਦੇ ਭੈ ਦੇ ਅੰਦਰ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ, ਸ੍ਰਿਸ਼ਟੀ ਦਾ ਕਣ ਕਣ ਜਿਹੜਾ ਹੈ ਉਹਦੇ ਭੈ ਦੇ ਅੰਦਰ ਹੈ। ਕੋਈ ਵੀ ਐਸੀ ਚੀਜ਼ ਨਹੀਂ ਹੈ, ਭਾਵੇਂ ਇਹ ਪੰਜ ਤੱਤਾਂ ਦੀ ਗੱਲ ਹੈ, ਭਾਵੇਂ ਪੰਜ ਤੱਤਾਂ ਤੋਂ ਬਣੇ ਹੋਏ ਇਹਨਾਂ ਸਰੀਰਾਂ ਦੀ ਗੱਲ ਹੈ, ਤੇ ਭਾਵੇਂ ਇਹਨਾਂ ਸਰੀਰਾਂ ਦੇ ਅੰਦਰ ਹੋ ਰਹੀ ਹਰ ਇੱਕ ਹਰਕਤ ਦੀ ਗੱਲ ਹੈ। ਹਰ ਇੱਕ ਚੀਜ਼ ਜਿਹੜੀ ਹੈ ਸਭ ਕਹਿੰਦੇ ਉਹਦੇ ਭੈ ਦੇ ਅੰਦਰ ਹੈ। ਫਿਰ ਇੱਕ ਭੈ ਹੈ ਜਿਹੜਾ ਮਨੁੱਖ ਦੇ ਅੰਦਰ ਆਪਣੇ ਆਪ ਪੈਦਾ ਕੀਤਾ ਗਿਆ। ਇੱਕ ਭੈ ਹੈ ਜਿਹੜਾ ਮਨੁੱਖ ਦੇ ਭੈ ਦੇ ਵਿੱਚ ਰਹਿੰਦਾ ਹੈ। ਭਾਵ ਆਪਾਂ ਆਮ ਸੰਸਾਰ ਦੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਦੇ ਡਰ ਅੰਦਰ ਹੈ। ਇੱਕ ਨੌਕਰ ਜਿਹੜਾ ਉਹ ਮਾਲਕ ਦੇ ਭੈ ਵਿੱਚ ਹੈ। ਇੱਕ ਕੰਪਨੀ ਵਿੱਚ ਕੰਮ ਕਰਨ ਵਾਲਾ ਸਧਾਰਨ ਵਰਕਰ ਜਿਹੜਾ ਉਹਨੂੰ ਭੈ ਹੈ ਮੇਰੇ ਉੱਤੇ ਕੋਈ ਵੱਡਾ ਬੈਠਾ ਹੈ। ਉਹ ਹੈ ਉਹਨੂੰ ਪੈ ਮੇਰੇ ਉੱਤੇ ਇੱਕ ਹੋਰ ਵੱਡਾ ਬੈਠਾ ਜਿਹਨੇ ਮੇਰੇ ਤੋਂ ਹਿਸਾਬ ਮੰਗਣਾ। ਜਦੋਂ ਉਸ ਦੇ ਨਾਲ ਗੱਲ ਕਰੀ ਉਹ ਕਹਿੰਦਾ ਨਹੀਂ ਜੀ, ਸਾਡੇ ਉੱਤੇ ਵੀ ਕੋਈ ਵੱਡਾ ਬੈਠਾ ਹੋਇਆ ਹੈ। ਜਦੋਂ ਸਾਰਿਆਂ ਤੋਂ ਅਖੀਰ ਉਸ ਕੰਪਨੀ ਦੇ ਮਾਲਕ ਤੇ ਵੀ ਗੱਲ ਚਲੀ ਜਾਏ, ਉਹਦੇ ਨਾਲ ਗੱਲ ਕਰੋ, ਉਹ ਵੀ ਆਖੇਗਾ ਜੀ ਸਾਨੂੰ ਸਰਕਾਰ ਦਾ ਡਰ ਹੈ, ਸਾਨੂੰ ਕਾਨੂੰਨ ਦਾ ਡਰ ਹੈ, ਸਾਨੂੰ ਇਸ ਚੀਜ਼ ਦਾ ਡਰ ਹੈ। ਭਾਵ ਹਰ ਇੱਕ ਵਸਤੂ ਜਿਹੜੀ ਇਸ ਧਰਤੀ ਦੀ ਉਹ ਭੈ ਦੇ ਅੰਦਰ ਜਿਉਂਦੀ ਹੈ। ਪਰ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਜਿਹੜਾ ਭੈ ਤੋਂ ਰਹਿਤ ਹੈ, ਜਿਸ ਦੇ ਅੰਦਰ ਕੋਈ ਡਰ ਨਹੀਂ। ਮੈਂ ਜ਼ਿਕਰ ਕਰਾਂ, ਇੱਕ ਭੈ ਹੈ ਜਿਹੜਾ ਮਨੁੱਖ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਪੈਦਾ ਹੁੰਦਾ ਮਨੁੱਖ ਤੋਂ। ਇੱਕ ਭੈ ਜਿਹੜਾ ਸੁਭਾਵਿਕ ਸਾਡੇ ਸਾਰਿਆਂ ਦੇ ਅੰਦਰ ਹੈ, ਉਹ ਹੈ ਰੱਬ ਦਾ ਭੈ, ਉਹ ਹੈ ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਰ ਦਾ ਭੈ, ਜਿਹੜਾ ਸੁਖਦਾਇਕ ਹੈ। ਮਨੁੱਖ ਦਾ ਦਿੱਤਾ ਹੋਇਆ ਡਰ ਜਿਹੜਾ ਹੈ ਉਹ ਬੜਾ ਦੁਖਦਾਇਕ ਹੈ। ਪਰਮੇਸ਼ਰ ਦਾ ਭੈ ਜਿਹੜਾ ਉਹ ਬਹੁਤ ਸੁਖਦਾਇਕ ਹੈ। ਉਹਦੇ ਵਿੱਚ ਸੁੱਖ ਹੈ ਜ਼ਿੰਦਗੀ ਦਾ, ਤੇ ਉਹਦੇ ਵਿੱਚ ਰਹਿਣਾ ਵੀ ਸਾਡਾ ਜਿਹੜਾ ਉਹ ਸਕਾਰਥਾ ਹੈ। ਜੇ ਉਸ ਭੈ ਦੇ ਵਿੱਚ ਰਹਾਂਗੇ ਤਾਂ ਜ਼ਿੰਦਗੀ ਜਿਹੜੀ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਚੱਲੇਗੀ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਇਹਨਾਂ ਦੋ ਸ਼ਲੋਕਾਂ ਤੇ ਪੌੜੀ ਦੇ ਸਮੇਤ ਜੋ ਆਸੀਸ ਬਖਸ਼ਦੇ ਨੇ, ਅਗਲੇ ਸ਼ਲੋਕ ਵਿੱਚ ਸਾਹਿਬ ਕਹਿੰਦੇ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹਨੇ ਸੰਸਾਰ ਦੇ ਉੱਤੇ ਆ ਸਾਰੀ ਖੇਡ ਆ ਸਾਰਾ ਪਸਾਰਾ ਕੀਤਾ। ਤੇ ਬੜੇ ਐਸੇ ਲੋਕ ਨੇ ਜਿਹੜੇ ਸੰਸਾਰ ਦੇ ਉੱਤੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ ਤਨ ਦੇ ਉੱਤੇ ਕਈ ਪ੍ਰਕਾਰ ਦੇ ਸ਼ਿੰਗਾਰ ਕਰਕੇ, ਤਨ ਦੇ ਉੱਤੇ ਕਈ ਪ੍ਰਕਾਰ ਦੀ ਸਜਾਵਟ ਕਰਕੇ, ਆਪਣੇ ਤਨ ਨੂੰ ਰਾਜਿਆਂ ਵਾਲਾ ਰੂਪ ਦੇ ਕਰਕੇ, ਰਾਜਿਆਂ ਦਾ ਪਹਿਰਾਵਾ ਪਹਿਨ ਕਰਕੇ, ਰਾਣੀਆਂ ਦਾ ਪਹਿਰਾਵਾ ਪਹਿਨ ਕਰਕੇ, ਫਿਰ ਉਹਨਾਂ ਦੇ ਸਵਾਂਗ ਰਚ ਕੇ ਆਪਣੇ ਜੀਵਨ ਦੀ ਰੋਜੀ ਰੋਟੀ ਕਮਾ ਰਹੇ ਨੇ। ਪਰ ਉਸ ਤੋਂ ਵੱਡੀ ਗੱਲ ਇਹ ਹੈ ਵੀ ਇਹ ਤਾਂ ਸਿਰਫ ਰਾਜੇ ਰਾਣੀਆਂ ਦੇ ਸਵਾਂਗ ਦੀ ਗੱਲ ਹੈ। ਬੜੇ ਲੋਕ ਨੇ ਜਿਹੜੇ ਸੰਸਾਰ ਦੇ ਉੱਤੇ ਧਰਮ ਦਾ ਪਹਿਰਾਵਾ ਪਹਿਨ ਕਰਕੇ, ਧਰਮ ਦੇ ਵਸਤਰ ਪਹਿਨ ਕਰਕੇ, ਕੋਈ ਇਹਦੇ 'ਚ ਦੋ ਰਾਏ ਕੋਈ ਝੂਠ ਨਹੀਂ ਹੈ। ਬੜੇ ਲੋਕ ਐਸੇ ਜਿਹੜੇ ਕੇਵਲ ਰੋਟੀਆਂ ਕਾਰਨ ਪੂਰੇ ਹਤਾਲ ਦੀ ਬਾਤ ਹੈ, ਜਿਹੜੇ ਕੇਵਲ ਧਰਮ ਨੂੰ, ਧਰਮ ਦੇ ਚਿੰਨ੍ਹਾਂ ਨੂੰ, ਧਰਮ ਦੇ ਬਾਣੇ ਨੂੰ, ਧਰਮ ਦੇ ਪਹਿਰਾਵੇ ਨੂੰ ਸਿਰਫ ਜ਼ਿੰਦਗੀ ਦੇ ਅੰਦਰ ਆਪਣੀ ਰੋਜ਼ੀ ਰੋਟੀ ਤੱਕ ਸੀਮਿਤ ਰੱਖਦੇ ਹਨ। ਸੋ ਇਸ ਤੋਂ ਉਪਰੰਤ ਪੌੜੀ ਦੇ ਅੰਦਰ ਸਾਹਿਬ ਕਿਰਪਾ ਕਰਦੇ ਨੇ, ਉਹ ਅਕਾਲ ਪੁਰਖ ਪਰਮੇਸ਼ਰ ਆਪਣੀ ਕਿਰਪਾ ਕਰ ਦੇਵੇ, ਉਹ ਤਰਸ ਕਰ ਦੇ, ਉਸ ਵੱਲੀ ਨਿਗਾਹ ਕਰ ਦੇ, ਉਹ ਰਹਿਮਤ ਦਾ ਹੱਥ ਜਿਹੜਾ ਉਹ ਸਿਰ ਤੇ ਰੱਖ ਦੇ, ਤਾਂ ਇਹ ਕੀਤੇ ਹੋਏ ਸ਼ੁਭ ਕਰਮ ਜਿਹੜੇ ਨੇ ਸਕਾਰਥੇ ਸਫਲੇ ਹੋ ਜਾਣ, ਤਾਂ ਉਸ ਕਰਤਾ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਉਹ ਕਿਰਪਾ ਕਰਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਜੇ ਅਸੀਂ ਕਹੀਏ
कि असीं सारी जिंदगी जी इन्ना धर्म कमा लिया, इन्ने धर्म दे असीं कर्म कीते ने, इन्ना असीं धर्म दा जो नियम सी उहदी पालना कीती है, इन्ने असीं शब्द दे अभ्यास कीते ने, ते सानू ते परमेश्वर दी प्राप्ति जिहड़ी वो 100% होनी ही होनी है। असीं जिस दिन इस मात लोक तो तुरांगे ते साडे वास्ते ते वो करता अकाल पुरख परमेश्वर जिहड़ा वो बाहां पसार के खड़ा ही होवेगा कि आओ मैं तुहानू अपनी गल वकड़ी दे विच लैना है। पर साहिब पौड़ी अंदर जो अज समझ आउणगे कि सारा कुछ जिहड़ा उस अकाल पुरख परमेश्वर की कृपा, उस करता अकाल पुरख परमेश्वर की बख्शिश है, जिस दे मस्तक दे उत्ते अपनी रहमत दा चिन्ह पा दवे, वो उहदे दर घर दे विच जाके प्रवान हो जाता है। सो साहिब जी कृपा करदे। सलोक महला पहला। भै विच पवन वहै सद वाओ। उस करता अकाल पुरख परमेश्वर दे भै दे विच, ਉਹਦੇ डर दे विच पवन वहै सद वाओ। ये पवन जिहड़ी है ये हवा जिहड़ी ਉਹਦੇ ਭੈ ਦੇ ਵਿੱਚ ਚੱਲਦੀ है। नहीं तो जे शायद ਉਹਦਾ डर ना होवे इस हवा नूं ते ਇਹ ਜਿਵੇਂ आम ਉਹਦੇ हुक्म विच हनेरी ਚੱਲਦੀ है, पर जे अपने आप किते ये हवा ਚੱਲਣ ਲੱਗ ਪਏ ਤੇ पता ही नहीं धरती दे उत्ते कितनी कु तरथली जिहड़ी है ये हवा ले आवेगी, क्योंकि हवा की रफ्तार दे अंदर भी बहुत समर्था है। जिवें पानी की रफ्तार दे अंदर समर्था है कि पानी जदों बहुत ज़्यादा तेज़ रफ्तार दे विच चलदा है ते आपां देखते नदियां दे विच कई दफ़ा वड्डे वड्डे पत्थर पए हुंदे ने, उन्हां पत्थरां नूं भी अपने नाल रोड़ के लै जांदा है। इन्नी पानी दे विच समर्था ताकत हुंदी। वड्डे वड्डे शहर जिहड़े ने उन्हां नूं वहा के लै जांदा है। वड्डियां वड्डियां चट्टानां जिहड़ियां ने उन्हां नाल टकरा के कई दफ़ा उन्हां नूं तोड़ भी दिंदा है पानी। ते अज ते इत्थों तक साइंस ने कढ लई कि जो कट्टिया जांदा है, भाव लोहे नूं कट्टण दे वास्ते, पत्थर नूं कट्टण दे वास्ते भी हुण किसे आरी दी, किसे लोहे दे बनाए होए औजार आदिक दी लोड़ नहीं। हुण पानी दे नाल पत्थर कट्टने शुरू कर दिते, पानी दे नाल लोहा कट्टना शुरू कर दिता है। सो इस तरह पै ਉਹਦੇ डर दे अंदर ये हवा जिहड़ी ये वहिंदी है, जे ਉਹਦੇ डर तो बाहर हो जाए तो ये आप मुहारी होकर के बड़ा संसार दे उत्ते दुखांत पैदा कर सकती। सो ਉਹਦੇ भै दे अंदर किस तरह वहिंदी, देखो आपां नूं नास्तिकां नूं कह लवां, ना चीज़ां नूं, अगियानियां नूं, ना शुकरिया नूं, बेसमझियां नूं समझ नहीं आउंदी कई बार भी हाँ आ चीज़ां जिहड़ियां ने, हवा तेज़ क्यों चलती पई, हवा इन्नी हौली क्यों चलती, अज इन्नी गर्मी है तो हवा भी किन्नी हौली चलती पई है। साडी समझ कवेगी कि हवा नूं बड़ी तेज़ चलना चाहिए। कई दफ़ा तुहाडे सारिਆਂ ਦੇ जहन ਵਿੱਚ एक गल आउंदी होएगी कि जदों मींह पैण लगदा ते मींह तो पहलां कई दफ़ा बहुत तेज़ हनेरी आउंदी ते सुभावक कई दफ़ा ये शब्द जिहड़ा जुबान ने कह देना छोटे हुंदिआं आप जी दे नाल भी वापरिया होवेगा। ਆਪਾਂ ਕਹਿੰਦੇ ਸੀ कमाल ਦੀ ਗੱਲ है भी रब ਨੂੰ ਚਾਹੀਦਾ है ਜਦੋਂ ਤੂੰ ਮੀਂਹ ਪਾਉਣਾ है ਤੇ ਪਹਿਲਾਂ ਤੂੰ ਮੀਂਹ ਪਾ, ਸਾਰੀ ਮਿੱਟੀ ਜਿਹੜੀ ਹੈ ਇਹ ਬਹਿ ਜਾਏਗੀ, ਉਸ ਤੋਂ ਬਾਅਦ ਤੂੰ ਹਵਾ ਚਲਾ, ਫਿਰ ਘੱਟਾ ਨਹੀਂ ਉੱਡੇਗਾ, ਮਿੱਟੀ ਨਹੀਂ ਉੱਡੇਗੀ, ਲੋਕਾਂ ਦੀਆਂ ਅੱਖਾਂ 'ਚ ਮਿੱਟੀ ਨਹੀਂ ਪਏਗੀ, ਲੋਕਾਂ ਦੇ ਘਰਾਂ 'ਚ ਮਿੱਟੀ ਨਹੀਂ ਭਰੇਗੀ, ਕੱਪੜੇ ਚੀਜ਼ਾਂ ਆਦਿਕ ਖਰਾਬ ਨਹੀਂ ਹੋਣਗੀਆਂ, ਆ ਸਾਰਾ ਕੁਝ ਜਿਹੜਾ ਸਾਫ਼ ਸੁਥਰਾ ਰਹੇਗਾ। ਪਰ ਰੱਬ ਕੀ ਕਰਦਾ, ਪਹਿਲਾਂ ਮਿੱਟੀ ਡਾਉਂਦਾ, ਚੰਗੀ ਤਰ੍ਹਾਂ ਹਨੇਰੀ ਲਿਆ ਕਰਕੇ ਐਨ ਆਸਮਾਨ ਤੱਕ ਮਿੱਟੀ ਮਿੱਟੀ ਡਾ ਦਿੰਦਾ, ਮਨੁੱਖਾਂ ਦੇ ਸਰੀਰਾਂ ਦੇ ਉੱਤੇ, ਚੀਜ਼ਾਂ ਦੇ ਉੱਤੇ ਮਿੱਟੀ ਪਾ ਕੇ ਉਸ ਤੋਂ ਬਾਅਦ ਮੀਂਹ ਪਾ ਦਿੰਦਾ ਤੇ ਹਰ ਇੱਕ ਥਾਂ ਤੇ ਪਈ ਹੋਈ ਮਿੱਟੀ ਜਿਹੜੀ ਉਹ ਚਿੱਕੜ ਦਾ ਰੂਪ ਧਾਰਨ ਕਰ ਜਾਂਦੀ ਹੈ। ਤੇ ਆਪਾਂ ਕਈ ਦਫਾ ਇਹ ਸੋਚਦੇ ਹੁੰਦੇ ਸੀ ਕਿ ਰੱਬ ਨੂੰ ਚਾਹੀਦਾ ਪਹਿਲਾਂ ਮੀਂਹ ਪਾਵੇ, ਫਿਰ ਹਵਾ ਚਲਾਏ, ਨਾਲੇ ਮਿੱਟੀ ਨਹੀਂ ਉੱਡੇਗੀ, ਨਾਲੇ ਹਵਾ ਬੜੀ ਠੰਡੀ ਆਏਗੀ। ਪਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਗੱਲ ਸਮਝ ਵਿੱਚ ਆਈ ਜਦੋਂ ਗੁਰੂ ਕੇ ਇਤਿਹਾਸ ਪੜ੍ਹੇ, ਜਦੋਂ ਗੁਰੂ ਕੀ ਬਾਣੀ ਨੂੰ ਵਿਚਾਰਿਆ ਕਿ ਅਕਾਲ ਪੁਰਖ ਪਰਮੇਸ਼ਰ ਜਦੋਂ ਹਵਾ ਚਲਾਉਂਦਾ ਉਸ ਹਵਾ ਦੇ ਦੌਰਾਨ ਉਹ ਕਿਤਨਾ ਅਨਾਜ ਜਿਹੜਾ ਹੈ ਦੂਰ ਦੁਰਾਡੇ ਬੈਠੇ ਹੋਏ ਉਹਨੇ ਜੀਵਾਂ ਤੱਕ ਪਹੁੰਚਾ ਰਿਹਾ। ਤੁਸੀਂ ਵੇਖੋਗੇ ਹਵਾ ਦੇ ਵਿੱਚ ਕਿੰਨਾ ਕੁਝ ਉੱਡਦਾ, ਜਿਹੜਾ ਉੱਡ ਕੇ ਇੱਕ ਅਨਾਜ ਦਾ ਦਾਣਾ ਜਿਹੜਾ ਦੂਜੀ ਥਾਂ ਡਿੱਗਦਾ ਪਿਆ, ਕਈ ਪੱਤੇ ਦੂਜੀ ਥਾਂ ਡਿੱਗਦੇ ਨੇ, ਫਿਰ ਰੁੱਖਾਂ ਤੇ ਲੱਗੇ ਹੋਏ ਫਲ ਥੱਲੇ ਡਿੱਗ ਪੈਂਦੇ ਨੇ। ਭਾਵ ਇੱਕ ਤਾਂ ਮਨੁੱਖ ਜਿਨ੍ਹਾਂ ਨੂੰ ਸੰਭਾਲਦਾ ਹੈ, ਜਿਨ੍ਹਾਂ ਰੁੱਖਾਂ ਨੂੰ, ਉਹ ਡਿੱਗੇ ਹੋਏ ਫਲਾਂ ਨੂੰ ਮਨੁੱਖ ਚੁੱਕਦਾ, ਪਰ ਆਮ ਕੁਝ ਸੜਕਾਂ ਤੇ, ਕੁਝ ਜੰਗਲਾਂ ਵਿੱਚ ਲੱਗੇ ਹੋਏ, ਕੁਝ
ਉਜਾੜਾਂ ਵਿੱਚ ਐਸੇ ਰੁੱਖ ਲੱਗੇ ਜਿਨ੍ਹਾਂ ਦੇ ਕੋਈ ਫਲ ਤੋੜਨ ਵਾਲਾ ਨਹੀਂ, ਪਰ ਜਦੋਂ ਹਵਾ ਚੱਲਦੀ ਉਹ ਫਲ ਜ਼ਮੀਨ ਤੇ ਡਿੱਗਦੇ ਨੇ ਤੇ ਉਹਨਾਂ ਮਿੱਠੇ ਫਲਾਂ ਨੂੰ ਫਿਰ ਕੀੜੀਆਂ ਆਦਿਕ ਜਿਹੜੇ ਨੇ, ਕਈ ਜੀਵ ਜਿਹੜੇ ਨੇ ਉਹ ਗ੍ਰਹਿਣ ਕਰਦੇ। ਹੁਣ ਉਹ ਰੁੱਖ ਤੇ ਚੜ੍ਹ ਕੇ ਨਹੀਂ ਸੀ ਗ੍ਰਹਿਣ ਕਰ ਸਕਦੇ। ਸੋ ਇਸ ਤਰ੍ਹਾਂ ਕਹਾਂ ਤਾਂ ਇਹ ਪਵਨ ਇਹ ਸਦਾ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਹੈ, ਸਦ ਵਾਉ ਸਦਾ ਵਹਿੰਦੀ ਹੈ। ਫਿਰ ਸਾਡੇ ਸਰੀਰ ਦੇ ਵਿੱਚ ਇਹ ਜਿਹੜੀ ਸੁਵਾਸਾਂ ਰੂਪੀ ਪੌਣ ਹੈ, ਇਹ ਉਹਦੇ ਭੈ ਦੇ ਵਿੱਚ ਹੈ, ਉਹਦੇ ਡਰ ਦੇ ਵਿੱਚ ਹੈ ਕਿ ਇੱਕ ਇੱਕ ਸਵਾਸ ਜਿਹੜਾ ਆਪਾਂ ਬੇਸ਼ੱਕ ਇਹ ਸਵਾਸ ਉਹਦੇ ਡਰ ਵਿੱਚ ਨਹੀਂ ਲੈਂਦੇ, ਪਰ ਇਹ ਸਵਾਸ ਤੇ ਉਹਦੇ ਭੈ ਵਿੱਚ ਚੱਲਦੇ ਪਏ ਨੇ। ਤੇ ਜਿਸ ਦਿਨ ਉਹਦਾ ਭੈ ਜਿਹੜਾ ਹੈ, ਜਿਵੇਂ ਹੁਕਮ ਆ ਗਿਆ, ਉਸ ਵਕਤ ਅੰਦਰਲਾ ਸਾਹ ਜਦੋਂ ਅੰਦਰ ਜਾਏਗਾ ਤੇ ਉਹ ਪਰਤ ਕੇ ਫਿਰ ਬਾਹਰ ਨਹੀਂ ਆਉਂਦਾ। ਤੇ ਆਪਾਂ ਇੱਕ ਆਮ ਸ਼ਬਦ ਕਹਿੰਦੇ ਹੁੰਨੇ ਦੁਨੀਆ ਦੇ ਵਿੱਚ, ਜਦੋਂ ਕੋਈ ਭਾਣੇ ਸੱਤ ਹੋ ਜਾਵੇ ਤੇ ਆਪਾਂ ਸ਼ਬਦ ਕਹਿੰਦੇ ਜੀ ਸਾਹ ਹੀ ਨਹੀਂ ਆਇਆ, ਮਤਲਬ ਸਾਹ ਅੰਦਰ ਗਿਆ ਸੀ, ਪਰਤ ਕੇ ਬਾਹਰ ਆਇਆ ਹੀ ਨਹੀਂ ਜੀ, ਕਹਾਣੀ ਖਤਮ ਹੀ ਹੋ ਗਈ ਹੈ, ਸਾਹ ਹੀ ਨਹੀਂ ਆਇਆ। ਸੋ ਇਸ ਤਰ੍ਹਾਂ ਉਹਦੇ ਭੈ ਦੇ ਵਿੱਚ ਚੱਲਦੇ ਪਏ ਨੇ ਤੇ ਜਿਸ ਦਿਨ ਉਹਦਾ ਹੁਕਮ ਹੋ ਗਿਆ, ਇਹ ਸਾਰੇ ਸਵਾਸਾਂ ਰੂਪੀ ਪੌਣ ਜਿਹੜੀ ਉੱਥੇ ਹੀ ਰੁਕ ਜਾਂਦੀ ਹੈ। ਫਿਰ ਵੱਡੇ ਵੱਡੇ ਜਹਾਜ਼ ਸਮੁੰਦਰ ਦੇ ਵਿੱਚ ਜਿਹੜੇ ਚੱਲ ਰਹੇ ਨੇ, ਉਹਨਾਂ ਨੂੰ ਜਿਹੜੀ ਇੱਕ ਵਿਸ਼ੇਸ਼ ਪੌਣ ਚਲਾਉਂਦੀ, ਉਹਨੂੰ ਸਦਵਾਉ ਪੌਣ ਵੀ ਗ੍ਰੰਥਕਾਰਾਂ ਨੇ ਕਿਹਾ। ਕਿਉਂਕਿ ਆਮ ਜਿਹੜੀ ਆਪਾਂ ਹਵਾ ਸ਼ਹਿਰਾਂ ਪਿੰਡਾਂ ਵਿੱਚ ਬੈਠੇ ਲੈ ਰਹੇ ਆ ਨਾ, ਇਹ ਹਵਾ ਦਾ ਕੋਈ ਪੱਕਾ ਰੁਖ ਨਹੀਂ ਹੈ। ਇਹ ਕਦੇ ਪੂਰਬ ਵਾਲੇ ਪਾਸਿਓਂ ਚੱਲਣ ਲੱਗ ਪੈਂਦੀ ਹੈ, ਕਦੀ ਪੱਛਮ ਵਾਲੇ ਪਾਸਿਓਂ ਚੱਲਣ ਲੱਗ ਪੈਂਦੀ। ਇਹ ਥੋੜ੍ਹੀ ਦੇਰ ਬਾਅਦ ਆਪਣਾ ਵੇਗ ਜਿਹੜਾ ਹੈ, ਆਪਣੀ ਰਫ਼ਤਾਰ ਵੀ ਘਟਾਉਂਦੀ ਵਧਾਉਂਦੀ ਹੈ ਤੇ ਆਪਣੀ ਦਿਸ਼ਾ ਵੀ ਬਦਲ ਲੈਂਦੀ। ਪਰ ਜਿਹੜੀ ਸਮੁੰਦਰਾਂ ਦੇ ਵਿੱਚ ਹਵਾ ਵਹਿ ਰਹੀ ਹੈ, ਉਹ ਇਸ ਤਰ੍ਹਾਂ ਮੰਨਣਾ ਹੈ, ਗ੍ਰੰਥਾਂ ਦੇ ਵਿੱਚ ਪੜ੍ਹਿਆ ਜਾਂਦਾ ਹੈ ਕਿ ਉਹ 6-6 ਮਹੀਨੇ ਕਈ ਵਾਰ ਇੱਕੋ ਦਿਸ਼ਾ ਦੇ ਵਿੱਚ ਚੱਲਦੀ ਹੈ। ਤੇ ਜਿਹੜੇ ਵੱਡੇ ਵੱਡੇ ਜਹਾਜ਼ ਆਦਿਕ ਹੁੰਦੇ ਸੀ, ਹੁਣ ਤੇ ਚਲੋ ਤਕਨੀਕੀ ਸਾਧਨ ਬਹੁਤ ਨੇ, ਪੁਰਾਣੇ ਸਮਿਆਂ 'ਚ ਬੇੜੇ ਹਵਾਵਾਂ ਨਾਲ ਹੀ ਜ਼ਿਆਦਾ ਚੱਲਦੇ ਸਨ। ਤਾਂ ਉਸ ਵਕਤ ਜਿੱਧਰ ਨੂੰ ਹਵਾ ਦਾ ਰੁਖ ਹੁੰਦਾ ਸੀ, ਉਧਰ ਨੂੰ ਜਹਾਜ਼ ਜਿਹੜੇ ਸਨ ਉਹ ਠੱਲ ਦਿੱਤੇ ਜਾਂਦੇ ਸੀ, ਤੋਰ ਦਿੱਤੇ ਜਾਂਦੇ ਸਨ ਕਿ ਹਵਾ ਦਾ ਰੁਖ ਹੁਣ ਇਧਰਲੇ ਪਾਸੇ ਨੂੰ 6 ਮਹੀਨੇ ਵਹੇਗਾ, ਇਸ ਕਰਕੇ ਹੁਣ ਇਧਰ ਨੂੰ ਵਪਾਰੀ ਜਹਾਜ਼ ਜਿਹੜੇ ਉਹ ਚੱਲਣਗੇ। ਇਸ ਲਈ ਸਦ ਵਾਓ ਉਹ ਹਵਾ ਜਿਹੜੀ ਜਹਾਜ਼ ਆਦਿਕਾਂ ਨੂੰ ਤੋਰਨ ਵਾਲੀ, ਸਾਡੇ ਸਰੀਰ ਦੇ ਵਿੱਚ ਚੱਲਣ ਵਾਲੀ, ਇਸ ਸਾਰੀ ਧਰਤੀ ਦੇ ਉੱਤੇ ਹਵਾ ਜਿਸ ਦੇ ਨਾਲ ਅਸੀਂ ਰੋਜ਼ਮਰਾ ਜ਼ਿੰਦਗੀ ਜਿਉਂਦੇ ਪਏ ਹਾਂ, ਸਭ ਕਹਿੰਦੇ ਭੈ ਵਿੱਚ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦੇ ਡਰ ਦੇ ਵਿੱਚ ਚੱਲ ਰਹੀ ਹੈ, ਵਹਿ ਰਹੀ ਹੈ। ਭੈ ਵਿੱਚ ਚੱਲਹਿ ਲੱਖ ਦਰਿਆਓ, ਉਹਦੇ ਭੈ ਦੇ ਵਿੱਚ ਇਹ ਲੱਖਾਂ ਦਰਿਆ ਜਿਹੜੇ ਨੇ ਇਹ ਚੱਲਦੇ ਪਏ ਨੇ। ਇੱਕ ਦਰਿਆ ਨਹੀਂ ਹੈ, 2-4 ਦਰਿਆ ਨਹੀਂ ਹਨ ਇਸ ਧਰਤੀ ਦੇ ਉੱਤੇ, ਬੜੇ ਲੱਖਾਂ ਦਰਿਆਵਾਂ ਦੀ ਸਾਹਿਬ ਨੇ ਬਾਤ ਕੀਤੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਪੜ੍ਹਦੇ ਤੇ ਉੱਥੇ ਸਾਹਿਬ ਕਹਿੰਦੇ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਕਿ ਉਸ ਕਰਤਾ ਪੁਰਖ ਪਰਮੇਸ਼ਰ ਨੇ ਜਦੋਂ ਇੱਕ ਸ਼ਬਦ, ਇੱਕ ਨਾਦ ਪੈਦਾ ਕੀਤਾ, ਸ਼ਬਦ ਪੈਦਾ ਕੀਤਾ, ਉਸ ਸ਼ਬਦ ਦੇ ਵਿੱਚੋਂ ਕੀਤਾ ਪਸਾਓ, ਇਹ ਸਾਰਾ ਸ੍ਰਿਸ਼ਟੀ ਦਾ ਪਸਾਰਾ ਕੀਤਾ, ਜਿਸ ਸ੍ਰਿਸ਼ਟੀ ਦੇ ਵਿੱਚ ਤਿਸ ਤੇ ਹੋਏ ਲੱਖ ਦਰਿਆਓ, ਲੱਖਾਂ ਦਰਿਆ ਵੀ ਉਹਨੇ ਪੈਦਾ ਕੀਤੇ, ਸਮੁੰਦਰ ਪਹਾੜ ਸਾਰਾ ਕੁਝ ਉਹਨੇ ਪੈਦਾ ਕੀਤਾ। ਪਰ ਵਹਿ ਸਾਰਾ ਕੁਝ ਉਹਦੇ ਭੈ ਦੇ ਵਿੱਚ ਰਿਹਾ। ਜਦੋਂ ਬਾਬਾ ਫਰੀਦ ਜੀ ਦੇ ਜੀਵਨ ਦੀ ਇੱਕ ਘਟਨਾ ਆਪ ਜੀ ਸਰਵਣ ਕਰਦੇ ਹੋ, ਬਾਬਾ ਫਰੀਦ ਜੀ ਦਰਿਆਏ ਸਿੰਧ ਦੇ ਕਿਨਾਰੇ ਨੇ। ਸੁਭਾਵਕ ਦਰਿਆ ਜਿਹੜਾ ਸੀ ਉਹਨੇ ਬਹੁਤ ਚੜ੍ਹਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਨਾ, ਉਦੋਂ ਨਦੀਆਂ ਤੇ ਦਰਿਆ ਜਿਹੜੇ ਨੇ ਉਹ ਬਹੁਤ ਚੜ੍ਹਦੇ ਹਨ। ਜਿਵੇਂ ਹੁਣ ਵੀ ਅਸੀਂ ਦੇਖਦੇ ਬਰਸਾਤਾਂ ਸ਼ੁਰੂ ਹੋ ਗਈਆਂ ਨੇ ਤੇ ਗੰਗਾ ਜੋ ਹੈ, ਜੋ ਬਹੁਤ ਨੀਵਾਂ ਸੀ ਪਹਿਲਾਂ, ਜਿਸ ਦਾ ਪਾਣੀ, ਜਿਸ ਦਾ ਵਹਿੰਦਾ ਹੋਇਆ ਪ੍ਰਵਾਹ ਬਹੁਤ ਨੀਵਾਂ ਸੀ, ਤੇ ਹੁਣ ਆਪਾਂ ਰੋਜ਼ ਜਾ ਕੇ ਜਦੋਂ ਦੇਖੀਏ ਤੇ 1-2 ਫੁੱਟ ਪਾਣੀ ਜਿਹੜਾ ਉਹ ਚੜ੍ਹਿਆ ਹੈ। ਤੇ ਐਸਾ ਵੀ ਸਮਾਂ ਆ ਜਾਣਾ ਥੋੜ੍ਹੇ ਦਿਨਾਂ ਬਾਅਦ, ਜਦੋਂ ਇਹ ਗੰਗਾ, ਇਹ ਪਾਣੀ ਇੰਨਾ ਕੁ ਚੜ੍ਹ ਜਾਣਾ ਹੈ ਕਿ ਆਮ ਜੋ ਸਿੱਧਾ ਪੱਧਰਾ ਇਹ ਸਾਹਮਣੇ ਰੋਡ ਦਿਸ ਰਿਹਾ ਜਾਂ ਇਹ ਜਗ੍ਹਾ ਦਿਸ ਰਹੀ, ਇੱਥੋਂ ਤੱਕ ਵੀ ਪਾਣੀ ਨੇ ਆਪਣੇ ਪੈਰ ਜਿਹੜੇ ਉਹ ਪਸਾਰ ਲੈਣੇ ਨੇ। ਸੋ ਨਦੀਆਂ ਦਰਿਆ ਜਿਹੜੇ ਨੇ ਉਹ ਜਿਵੇਂ ਜਿਵੇਂ ਵਰਖਾ ਆਦਿਕ, ਮੀਂਹ ਆਦਿਕ ਵੱਧਦਾ ਹੈ ਤੇ ਇਹਨਾਂ ਵਿੱਚ ਚੜਾਓ ਆਉਂਦਾ ਹੈ। ਪਰ ਸਮੁੰਦਰ ਦਾ ਚੜਾਓ ਤੇ ਉਤਾਰ ਜਿਹੜਾ ਹੈ ਉਹ ਚੰਦਰਮਾ ਦੇ ਹਿਸਾਬ ਦੇ ਨਾਲ ਗ੍ਰੰਥਕਾਰ ਜਿਹੜੇ ਉਹ ਵਰਣਨ ਕਰਦੇ ਨੇ ਕਿ ਜਦੋਂ ਜਵਾਰ ਭਾਟੇ ਆਉਂਦੇ ਨੇ, ਜਦੋਂ ਪੂਰਨਮਾਸ਼ੀ ਦਾ ਜਿਵੇਂ ਜਿਵੇਂ ਚੰਦ ਵੱਧਦਾ ਹੈ, ਪੁੰਨਿਆ ਲਾਗੇ ਆ ਰਹੀ ਹੁੰਦੀ, ਉਵੇਂ ਉਵੇਂ ਸਮੁੰਦਰ ਦੇ ਵਿੱਚ ਜਵਾਰ ਭਾਟੇ ਆਉਣੇ ਸ਼ੁਰੂ ਹੋ ਜਾਂਦੇ, ਚੜਾਅ ਹੁੰਦਾ ਸਮੁੰਦਰ ਦੇ ਵਿੱਚ। ਸੋ ਸਾਹਿਬ ਕਹਿੰਦੇ ਦਰਿਆ ਇਹ ਨਦੀਆਂ ਭੈ ਵਿੱਚ ਚੱਲਹਿ ਲੱਖ ਦਰਿਆਓ, ਲੱਖਾਂ ਦਰਿਆ ਤੇਰੇ ਭੈ 'ਚ ਚੱਲਦੇ। ਮੈਂ ਜ਼ਿਕਰ ਕਰ ਰਿਹਾ ਸੀ
ਬਾਬਾ ਫਰੀਦ ਜੀ ਦਰਿਆਏ ਸਿੰਧ ਦੇ ਕਿਨਾਰੇ ਨੇ। ਦਰਿਆ ਨੇ ਚੜ੍ਹਨਾ ਸ਼ੁਰੂ ਕਰ ਦਿੱਤਾ ਬਰਸਾਤੀ ਮੌਸਮ। ਹੁਣ ਜਿਹੜੇ ਬਾਬਾ ਫਰੀਦ ਜੀ ਦੇ ਲਾਗੇ ਜਿਹੜਾ ਨਗਰ ਸੀ, ਨਗਰ ਨਿਵਾਸੀਆਂ ਨੇ ਵੇਖਿਆ ਹੈ ਦਰਿਆ ਚੜ੍ਹਦਾ ਹੈ, ਤੇ ਜੇ ਕਿਤੇ ਕੋਈ ਬੰਨ ਕਿਨਾਰਾ ਟੁੱਟ ਗਿਆ, ਢਾਹ ਲੱਗ ਗਈ ਕਿਸੇ ਪਾਸੇ ਨੂੰ, ਤੇ ਦਰਿਆ ਦਾ ਬੰਨ ਟੁੱਟਣ ਤੋਂ ਬਾਅਦ ਸਾਡਾ ਸਾਰਾ ਪਿੰਡ, ਇੱਕ ਨਹੀਂ ਕਈ ਪਿੰਡ ਜਿਹੜੇ ਨੇ ਉਹ ਪਾਣੀ ਦੇ ਵਹਿਣ ਵਿੱਚ ਵਹਿ ਜਾਣਗੇ। ਸਾਡਾ ਮਾਲ ਡੰਗਰ, ਅਸਬਾਬ, ਜੀ ਜੰਤ ਸਭ ਕੁਝ ਰੁੜ ਤੁਰੇਗਾ। ਹੁਣ ਦਰਿਆ ਦੇ ਅੱਗੇ ਕਿਸੇ ਦੀ ਸਮਰੱਥਾ ਨਹੀਂ ਕਿ ਉਹਨੂੰ ਰੋਕ ਲਵੇ। ਆਮ ਮਨੁੱਖ ਅੰਦਰ ਇੰਨੀ ਸਮਰੱਥਾ ਬਲ ਨਹੀਂ ਹੁੰਦਾ ਦਰਿਆਵਾਂ ਨੂੰ ਬੰਨ ਮਾਰ ਲਵੇ ਬੰਦਾ। ਸੋ ਬਾਬਾ ਫਰੀਦ ਜੀ ਦੇ ਕੋਲ ਗਏ ਕਿ ਪਹੁੰਚਿਆ ਦਰਵੇਸ਼ ਹੈ, ਫਕੀਰ ਹੈ, ਖੁਦਾ ਨਾਲ ਅਭੇਦ ਹੋਇਆ, ਤੇ ਇਹਦਾ ਕਿਆ ਹੋਇਆ, ਤੇ ਖੁਦਾ ਕਦੀ ਮੋੜਦਾ ਹੀ ਨਹੀਂ ਹੈ। ਸਾਹਿਬ ਬਾਣੀ ਅੰਦਰ ਵੀ ਬਚਨ ਕਹਿੰਦੇ ਜਿਹੜੇ ਉਹਦੇ ਨਾਲ ਅਭੇਦ ਹੋ ਜਾਂਦੇ ਨੇ, ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕਉ ਨਦਰ ਲੈ ਆਵੈ ਤਲੈ। ਭਾਵ ਜਿਸ ਦਾ ਕਿਆ ਹੋਇਆ ਦਰਗਾਹ ਤੱਕ ਚੱਲਦਾ ਹੈ, ਜਿਸ ਦਾ ਇੱਕ ਬੋਲ ਜਿਹੜਾ ਪਰਮਾਤਮਾ ਦੇ ਘਰ ਤੱਕ ਪ੍ਰਵਾਨ ਹੋ ਜਾਂਦਾ ਹੈ। ਬਾਬਾ ਫਰੀਦ ਜੀ ਦੇ ਕੋਲ ਆਏ ਤੇ ਬੇਨਤੀ ਕੀਤੀ। ਬਾਬਾ ਫਰੀਦ ਜੀ ਦਾ ਵੀ ਆਪਣਾ ਜੋ ਆਵਾਸ ਅਸਥਾਨ ਸੀ ਉਹ ਵੀ ਦਰਿਆਏ ਸਿੰਧ ਦੇ ਕਿਨਾਰੇ ਸੀ। ਤੇ ਜਦੋਂ ਸਾਰਿਆਂ ਨੇ ਬੇਨਤੀ ਕੀਤੀ ਕਿ ਐ ਫਕੀਰ, ਐ ਫਰੀਦ ਜੀ, ਤੁਸੀਂ ਖੁਦਾ ਅੱਗੇ ਅਰਦਾਸ ਕਰੋ, ਦਰਿਆ ਨੂੰ ਕਹੋ ਵੀ ਆਖਰ ਇਹਨੂੰ ਕੀ ਸਾਡੇ ਨਾਲ ਗੁੱਸਾ ਗਿਲਾ ਹੈ, ਇੰਨਾ ਤੇਜ਼ ਚੜ੍ਹ ਕੇ ਆ ਰਿਹਾ। ਤੇ ਬਾਬਾ ਫਰੀਦ ਜੀ ਜਦੋਂ ਦਰਿਆ ਨੂੰ ਕਹਿਣ ਲੱਗੇ ਨਾ ਕਿ ਤੂੰ ਕਿਉਂ ਇੰਨਾ ਜ਼ਿਆਦਾ ਵਹਿ ਰਿਹਾ, ਥੋੜਾ ਬਹੁਤਾ ਤਰਸ ਕਰ ਇਹਨਾਂ ਲੋਕਾਂ ਦੇ ਉੱਤੇ। ਤਾਂ ਦਰਿਆ ਨੇ ਬੜੇ ਪਿਆਰ ਦੇ ਨਾਲ ਅੱਗੋਂ ਜੋ ਵਾਰਤਾਲਾਪ ਦੇ ਵਿੱਚ ਜ਼ਿਕਰ ਕੀਤਾ, ਉਹਨੂੰ ਬਾਬਾ ਫਰੀਦ ਜੀ ਬੜੇ ਪਿਆਰ ਨਾਲ ਆਪਣੀ ਬਾਣੀ ਅੰਦਰ ਜ਼ਿਕਰ ਕਰਦੇ ਕਿ ਕੰਧੀ ਵਹਿਣ ਨਾ ਢਾਏ, ਤਉ ਪੀ ਲੇਖਾ ਦੇਵਣਾ। ਬਾਬਾ ਫਰੀਦ ਜੀ ਦੇ ਸਲੋਕਾਂ ਦੇ ਅੰਦਰ ਕਿ ਫਰੀਦਾ ਕੰਧੀ ਵਹਿਣ ਨਾ ਢਾਏ, ਤਉ ਪੀ ਲੇਖਾ ਦੇਵਣਾ, ਕਿ ਤੂੰ ਕਿਉਂ ਇੰਨੀ ਜ਼ੋਰ ਦੇ ਨਾਲ ਪਾਣੀ ਵੱਜ ਕੇ ਆਪਣੇ ਕਿਨਾਰਿਆਂ ਨੂੰ ਢਾਉਂਦਾ ਪਿਆ ਹੈ। ਤਉ ਪੀ ਲੇਖਾ ਦੇਵਣਾ, ਤੂੰ ਵੀ ਲੇਖਾ ਦੇਣਾ ਹੈ। ਜੇ ਆ ਸਾਰਾ ਕੁਝ ਡੋਬੇਗਾ, ਮਨੁੱਖਾਂ ਨੂੰ ਮਾਰੇਗਾ, ਫਿਰ ਆ ਜਿਹੜਾ ਕੁਝ ਕਰ ਰਹੇ ਆ ਲੇਖਾ ਦੇਣਾ ਪੈਣਾ ਤੈਨੂੰ। ਤੇ ਬਾਬਾ ਫਰੀਦ ਜੀ ਕਹਿੰਦੇ ਜਦੋਂ ਬੜੇ ਧਿਆਨ ਦੇ ਨਾਲ ਦੇਖਿਆ, ਦਰਿਆ ਦੇ ਅੰਦਰਲੀ ਆਵਾਜ਼ ਸੁਣੀ, ਤੇ ਉਹਨੇ ਅੱਗੋਂ ਜੋ ਉੱਤਰ ਦਿੱਤਾ, ਉਹਨੇ ਜੋ ਜਵਾਬ ਦਿੱਤਾ, ਜਦੋਂ ਫਰੀਦ ਜੀ ਕਹਿੰਦੇ ਕੰਧੀ ਵਹਿਣ ਨਾ ਢਾਏ, ਤਉ ਪੀ ਲੇਖਾ ਦੇਵਣਾ, ਤੇ ਉਹਨੇ ਜਵਾਬ ਦਿੱਤਾ ਜਿੱਧਰ ਰੱਬ ਰਜਾਏ, ਵਹਿਣ ਤੇ ਦਾਉ ਗਾਉ ਕਰੋ। ਕਿ ਐ ਫਕੀਰ, ਐ ਬਾਬਾ ਫਰੀਦ, ਮੈਂ ਆਪਣੇ ਹੁਕਮ 'ਚ ਨਹੀਂ ਚੱਲਦਾ ਪਿਆ, ਇਹ ਤਾਂ ਜਿੱਧਰ ਰੱਬ ਰਜਾਏ, ਜਿੱਧਰ ਮੈਨੂੰ ਰੱਬ ਦੀ ਰਜ਼ਾ ਹੈ, ਜਿੱਧਰ ਉਹਦਾ ਹੁਕਮ ਹੋ ਜਾਂਦਾ ਮੈਂ ਉਧਰ ਨੂੰ ਵਹਿ ਤੁਰਦਾ। ਇਸ ਕਰਕੇ ਮੇਰੇ ਹੱਥ ਵੱਸ ਕੁਛ ਨਹੀਂ ਹੈ। ਤੇ ਜੇ ਤੁਸੀਂ ਕਹੋ ਕਿ ਮੈਂ ਆਪਣੀ ਮਰਜ਼ੀ ਨਾਲ ਚੱਲਾਂ, ਮੈਂ ਆਪਣੀ ਮਰਜ਼ੀ ਦੇ ਨਾਲ ਅੱਧਾ ਇੰਚ ਵੀ ਉਤਾਂਹ ਜਾਂ ਠਾਹ ਨਹੀਂ ਹੋ ਸਕਦਾ, ਅੱਧਾ ਇੰਚ ਵੀ ਅਗਾਂਹ ਜਾਂ ਪਿਛਾਂਹ ਨਹੀਂ ਹੋ ਸਕਦਾ। ਬਾਬਾ ਫਰੀਦ ਜੀ ਨੇ ਸਾਰਿਆਂ ਨੂੰ ਸਮਝਾਇਆ ਕਿ ਆਪਾਂ ਇੰਜ ਕਰਦੇ, ਇਹਦੇ ਹੱਥ ਵੱਸ ਕੁਛ ਨਹੀਂ। ਇਹ ਜਿਸ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਵਹਿੰਦਾ ਪਿਆ ਨਾ, ਕਿ ਵਹਿਣ ਤੇ ਦਾਉ ਗਾਉ ਕਰੇ, ਇਹ ਜਿਸ ਦੇ ਹੁਕਮ ਵਿੱਚ ਵਹਿੰਦਾ ਪਿਆ, ਆਪਾਂ ਉਸ ਖੁਦਾ ਦੇ ਅੱਗੇ ਅਰਦਾਸ ਕਰਦੇ ਹਾਂ, ਉਹ ਆਪਣਾ ਹੁਕਮ ਵਰਤਾਏਗਾ ਤੇ ਇਹ ਹੁਕਮ ਨੂੰ ਮੰਨ ਕੇ ਪਿਛਾਂਹ ਮੁੜ ਸਕਦਾ ਹੈ। ਸੋ ਸਾਰਿਆਂ ਨੇ ਖੁਦਾ ਅੱਗੇ ਅਰਦਾਸ ਕੀਤੀ ਤੇ ਦਰਿਆ ਦਾ ਪਾਣੀ ਜਿਹੜਾ ਸੀ ਉਹ ਨੀਵਾਂ ਹੋ ਗਿਆ। ਸੋ ਇਸ ਤਰ੍ਹਾਂ ਭਾਵ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਵੀ ਇਹ ਕਹਿ ਰਿਹਾ, ਭੈ ਵਿੱਚ ਪਵਨ ਚੱਲਹਿ ਸਦ ਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਲੱਖਾਂ ਦਰਿਆ ਉਹਦੇ ਭੈ ਵਿੱਚ ਚੱਲਦੇ। ਭੈ ਵਿੱਚ ਅਗਨ ਕੱਢੈ ਵੇਗਾਰ, ਇਹ ਅੱਗ ਜਿਹੜੀ ਉਹਦੇ ਭੈ ਦੇ ਵਿੱਚ ਬਲਦੀ ਪਈ। ਭਾਵੇਂ ਸਾਡੇ ਪੇਟ ਦੀ ਅੱਗ ਹੈ, ਪਿਛਲੇ ਵੀ ਸਲੋਕਾਂ ਵਿੱਚ ਆਪਾਂ ਜ਼ਿਕਰ ਕੀਤਾ ਹੈ, ਪੇਟ ਦੀ ਅੱਗ ਉਹਦੇ ਭੈ ਦੇ ਵਿੱਚ ਚੱਲਦੀ ਪਈ, ਜਿਹਨੂੰ ਜਠਰਾਗਣ ਕਹਿੰਦੇ ਆ। ਜਠਰ ਭਾਵ ਢਿੱਡ ਦੇ ਵਿੱਚ ਬਲਦੀ ਅੱਗ, ਜਿਹੜੀ ਸਖਤ ਤੋਂ ਸਖਤ ਪੱਥਰਾਂ ਵਰਗਾ ਭੋਜਨ ਜਿਹੜਾ ਹੁੰਦਾ ਉਹਨੂੰ ਵੀ ਪਚਾ ਦਿੰਦੀ ਹੈ। ਤੇ ਜੇ ਕਿਤੇ ਉਹ ਅੱਗ ਠੰਡੀ ਪੈ ਜਾਏ ਤੇ ਫਿਰ ਇੱਕ ਸ਼ਬਦ ਕਿਹਾ ਜਾਂਦਾ ਹੈ ਜੀ, ਭੋਜਨ ਖਾ ਰਹੇ ਆ ਪਰ ਪਚਦਾ ਨਹੀਂ ਪਿਆ। ਪਚਦਾ ਕਿਉਂ ਨਹੀਂ ਪਿਆ? ਕਿਉਂਕਿ ਅੰਦਰ ਉਹ ਅੱਗ ਨਹੀਂ ਜਿਹੜੀ ਉਹ ਬਲਦੀ ਪਈ, ਉਹ ਅੱਗ ਠੰਡੀ ਪੈਣ ਲੱਗ ਗਈ ਜਿੰਨੇ ਭੋਜਨ ਨੂੰ ਪਚਾਉਣਾ ਸੀ। ਸੋ ਤੇ ਭੈ ਦੇ ਵਿੱਚ ਉਹ ਅੱਗ ਬਲਦੀ। ਫਿਰ ਆ ਸੰਸਾਰ ਤੇ ਰੋਜ਼ਮਰਾ ਜ਼ਿੰਦਗੀ 'ਚ ਆਪਾਂ ਜਿਹੜੀ ਅੱਗ ਬਾਲਦੇ ਆ, ਕੋਈ ਗੈਸ ਬਾਲ ਰਿਹਾ ਹੈ, ਕੋਈ ਸਟੋਵ ਬਾਲ ਰਿਹਾ ਹੈ, ਕੋਈ ਲੱਕੜਾਂ ਬਾਲ ਰਿਹਾ, ਫਿਰ ਵੱਡੇ ਵੱਡੇ ਇੰਜਨ ਜਿਹੜੇ ਨੇ ਉਹ ਅੱਗ ਦੇ ਵਿੱਚੋਂ ਭਾਫ ਲੈ ਕਰਕੇ ਅੱਗ ਦੇ ਨਾਲ ਚੱਲਦੇ ਪਏ ਨੇ। ਸੋ ਇਸ ਤਰ੍ਹਾਂ ਜਿਤਨੀ ਵੀ ਅੱਗ ਇਸ ਧਰਤੀ ਦੇ ਉੱਤੇ ਬਲਦੀ ਪਈ, ਉਹਦੇ ਡਰ ਉਹਦੇ ਭੈ ਵਿੱਚ ਹੈ, ਨਹੀਂ ਤਾਂ ਇਹ ਠੰਡੀ ਹੋ ਜਾਂਦੀ। ਤੇ ਸੋਚ ਕੇ ਦੇਖੋ, ਜੇ ਅੱਗ ਠੰਡੀ ਹੋ ਜਾਵੇ ਤੇ ਕੀ ਬਣੇਗਾ ਧਰਤੀ ਤੇ। ਹਰ ਇੱਕ ਚੀਜ਼ ਜਿਹੜੀ ਅੱਗ ਨਾਲ ਪੱਕਦੀ ਹੈ। ਇੱਥੋਂ ਤੱਕ ਕਹਿ ਦੇਵਾਂ ਕਿ ਜੇ ਆਪਾਂ ਕਿਸੇ ਘਰ ਦੇ ਵਿੱਚ ਵੀ ਰਹਿ ਰਹੇ ਹਾਂ
ਤੇ ਘਰ ਦੀਆਂ ਬਣੀਆਂ ਹੋਈਆਂ ਇੱਟਾਂ ਨੂੰ ਵੀ ਬਣਾ ਕੇ ਆਵੇ ਦੇ ਵਿੱਚ ਅੱਗ ਦੇ ਨਾਲ ਪਕਾਇਆ ਗਿਆ। ਬਹੁਤ ਕੁਛ, ਜੇ ਆਪਾਂ ਕੋਈ ਭਾਂਡੇ ਵੀ ਵਰਤਦੇ ਹਾਂ, ਜੇ ਕੱਚ ਦੇ ਬਰਤਨ ਵਰਤਦੇ, ਕੱਚ ਨੂੰ ਵੀ ਅੱਗ ਦੇ ਨਾਲ ਬਿਲਕੁਲ ਮੈਲਟ ਕਰਕੇ, ਲਿਕੁਇਡ ਕਰਕੇ, ਫਿਰ ਉਹਦੇ ਚੋਂ ਵੱਖ-ਵੱਖ ਤਰ੍ਹਾਂ ਦੇ ਗਲਾਸ, ਭਾਂਡੇ ਆਦਿਕ ਜਿਹੜੇ ਤਿਆਰ ਕੀਤੇ ਗਏ। ਜੇ ਆਪਾਂ ਸਟੀਲ ਦੇ ਭਾਂਡੇ ਵਰਤਦੇ ਪਏ, ਇਹ ਵੀ ਅੱਗ ਦੇ ਵਿੱਚ ਉਹਨੂੰ ਢਾਲ ਕੇ ਇਹਨਾਂ ਨੂੰ ਵੱਖ-ਵੱਖ ਆਕਾਰ ਦਿੱਤੇ ਗਏ। ਲੋਹੇ ਦਾ ਕੁਝ ਵਰਤਦੇ ਪਏ ਆ ਤੇ ਸਭ ਕੁਝ ਅੱਗ ਦੇ ਦੁਆਰਾ ਹੀ ਇਹਨੂੰ ਢਾਲ ਕੇ ਆਕਾਰ ਦਿੱਤਾ ਗਿਆ। ਭਾਵ ਜਿਤਨਾ ਕੁਝ ਵੀ ਅਸੀਂ ਆ ਬਣਤਰ ਦੇਖਦੇ ਹਾਂ, ਹਰ ਇੱਕ ਚੀਜ਼ ਜਿਹੜੀ ਇਹਨੂੰ ਅੱਗ ਦੇ ਦੁਆਰਾ ਹੀ ਰੂਪ ਤੇ ਆਕਾਰ ਦਿੱਤੇ ਗਏ। ਇਹਨੂੰ ਗਰਮ ਕੀਤਾ ਤੇ ਜੇ ਅੱਗ ਹੀ ਠੰਡੀ ਹੋ ਗਈ ਤੇ ਕੀ ਬਣੇਗਾ? ਬਿਲਕੁਲ ਸਾਰਾ ਕੁਝ ਜਿਹੜਾ ਉਹ ਖਤਮ ਹੋ ਸਕਦਾ। ਇਸ ਲਈ ਸਭ ਕਹਿੰਦੇ ਤੇ ਭੈ ਦੇ ਵਿੱਚ ਅਗਨ ਵਹਿੰਦੀ ਤੇ ਵੇਗਾਰ। ਇਹ ਇੱਕ ਤਾਂ ਭਾਵ ਜਦੋਂ ਅੱਗ, ਲੋਹੇ ਨੂੰ ਅੱਗ ਦੇ ਵਿੱਚ ਤਪਾਇਆ ਜਾਂਦਾ ਹੈ ਤੇ ਉਹਦੇ ਵਿੱਚੋਂ ਮਨੂਰ ਜਿਹੜਾ ਉਹ ਝੜ ਜਾਂਦਾ ਹੈ। ਸੋਨੇ ਨੂੰ ਅੱਗ ਦੇ ਵਿੱਚ ਤਪਾਇਆ ਜਾਂਦਾ, ਉਹਦੇ ਵਿੱਚੋਂ ਖੋਟ ਜਿਹੜੀ ਉਹ ਨਿਕਲ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਪੇਟ ਦੇ ਵਿੱਚ ਜਿਹੜੀ ਅੱਗ ਬਲਦੀ, ਜਦੋਂ ਭੋਜਨ ਉਹਦੇ ਵਿੱਚ ਪੈਂਦਾ ਹੈ, ਉਹਦੇ ਤੱਤ ਜਿਹੜੇ ਨੇ ਵੱਖਰੇ ਹੋ ਜਾਂਦੇ ਨੇ ਤੇ ਬਾਕੀ ਜੋ ਬਚਦਾ ਹੈ ਉਹਨੂੰ ਮਨੁੱਖ ਜਿਹੜਾ ਮਲ ਤਿਆਗ ਕਰ ਦਿੰਦਾ ਹੈ। ਸੋ ਇਸ ਤਰ੍ਹਾਂ ਵੇਗਾਰ, ਜੋ ਵੇਸਟੇਜ ਨੂੰ ਅਸੀਂ ਕਹਿ ਦਈਏ, ਕੋਈ ਵੀ ਧਾਤ ਜਿਹੜੀ ਅੱਗ ਦੇ ਵਿੱਚ ਪੈਂਦੀ ਤੇ ਉਹਦੇ ਵਿੱਚੋਂ ਜਿਹੜਾ ਵੇਗਾਰ ਹੈ ਉਹਨੂੰ ਅੱਗ ਕੱਢ ਦਿੰਦੀ ਹੈ। ਫਿਰ ਵੇਗਾਰ ਕਵਾਂ, ਇਸ ਸੰਸਾਰ ਦੇ ਸਾਰੇ ਕੰਮ ਜਿਹੜੇ ਨੇ ਇਹਨਾਂ ਨੂੰ ਪੂਰਿਆਂ ਕਰ ਰਹੀ ਹੈ ਅੱਗ। ਪਰ ਅੱਗ ਬਲਦੀ ਕਿਹਦੇ ਹੁਕਮ 'ਚ ਹੈ? ਤਾਂ ਸਾਹਿਬ ਕਹਿੰਦੇ ਉਸ ਕਰਤਾ ਪੁਰਖ ਪਰਮੇਸ਼ਰ ਦੇ ਭੈ ਵਿੱਚ ਹੈ। ਭੈ ਵਿੱਚ ਧਰਤੀ ਦੱਬੀ ਭਾਰ। ਇਹ ਧਰਤੀ ਉਹਦੇ ਭੈ ਦੇ ਅੰਦਰ ਭਾਰ ਜਿਹੜਾ ਹੈ ਆਪਣਾ ਸਾਰਾ ਆਪਣੇ ਉੱਤੇ ਲੈ ਕੇ ਬੈਠੀ ਹੈ। ਆਪਾਂ ਲੱਖਾਂ ਮਨੁੱਖ ਇਹਦੇ ਤੇ ਚੱਲਦੇ ਹਾਂ। ਵੱਡੇ ਵੱਡੇ ਪਹਾੜ ਇਸ ਧਰਤੀ ਦੇ ਉੱਤੇ ਨੇ, ਦਰਿਆ, ਸਮੁੰਦਰ ਆਦਿ ਇਸ ਧਰਤੀ ਦੇ ਉੱਤੇ, ਜਿਹਨੂੰ ਜਦੋਂ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ, ਧਰਤੀ ਨੂੰ ਪੁੱਛਿਆ ਗਿਆ, ਤੂੰ ਰੋਂਦੀ ਕਿਉਂ ਹੈ? ਤੂੰ ਪੁਕਾਰਾਂ ਕਿਉਂ ਕਰਦੀ? ਵਿਲਕਦੀ ਕਿਉਂ? ਤੈਨੂੰ ਇਹਨਾਂ ਪਰਬਤਾਂ ਦਾ ਭਾਰ ਲੱਗਦਾ? ਤੈਨੂੰ ਤੁਰੇ ਫਿਰਦੇ ਮਨੁੱਖਾਂ ਦਾ ਭਾਰ ਲੱਗਦਾ? ਤੈਨੂੰ ਜੰਗਲ, ਇੰਨੇ ਵੱਡੇ ਵੱਡੇ ਆ ਰੁੱਖ ਜੰਗਲਾਂ ਵਿੱਚ ਲੱਗੇ ਆ ਬਨਸਪਤੀ ਦਾ ਭਾਰ ਲੱਗਦਾ? ਤੈਨੂੰ ਇਹ ਸਮੁੰਦਰਾਂ ਦਾ ਭਾਰ ਹੈ, ਦਰਿਆਵਾਂ ਦਾ ਭਾਰ ਹੈ? ਤੇ ਜਦੋਂ ਪੁੱਛਿਆ ਕਿ ਉਹ ਧਰਤੀ ਨੂੰ ਜਦੋਂ ਪੁੱਛਿਆ ਗਿਆ ਤੈਨੂੰ ਕਾਹਦਾ ਭਾਰ, ਤੇ ਉਹਨੇ ਸ਼ਬਦ ਕਿਹਾ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਕਿ ਐ ਗੁਰੂ ਕੇ ਪਿਆਰਿਆ, ਮੈਨੂੰ ਇਹਨਾਂ ਪਰਬਤਾਂ ਦਾ ਕੋਈ ਭਾਰ ਨਹੀਂ ਹੈ ਜੋ ਆਸਮਾਨ ਦੇ ਨਾਲ ਖਹਿੰਦੇ ਪਏ ਨੇ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਸਾਇਰਾ ਨਦਵਾਹ ਵਹੰਦੇ। ਮੈਨੂੰ ਇਹਨਾਂ ਦਰਿਆਵਾਂ, ਸਮੁੰਦਰਾਂ ਦਾ ਕੋਈ ਭਾਰ ਨਹੀਂ ਜਿਹੜੇ ਵਹਿੰਦੇ ਪਏ ਨੇ। ਪੁੱਛਿਆ ਫਿਰ ਰੋਂਦੀ ਕਿਉਂ? ਤੇ ਉਹ ਧਰਤੀ ਬੜਾ ਅੱਗੋਂ ਵਿਲਕ ਕੇ ਕਹਿੰਦੀ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਮੈਨੂੰ ਅਕਿਰਤ ਕਣ ਲੋਕਾਂ ਦਾ ਭਾਰ ਹੈ, ਪਰ ਅਕਿਰਤ ਕਣਾਂ ਦੇ ਵੀ ਪੈਰਾਂ ਥੱਲੇ ਹੈ ਧਰਤੀ, ਨਹੀਂ ਤੇ ਇਹਦਾ ਵੱਸ ਚੱਲੇ ਤੇ ਕਦੋਂ ਦੀ ਪਲਟ ਕੇ ਅਕਿਰਤ ਕਣਾਂ ਨੂੰ ਉਹਨਾਂ ਦੇ ਉੱਤੇ ਆ ਚੜ੍ਹਦੀ। ਪਰ ਸਾਹਿਬ ਕਹਿੰਦੇ ਨਹੀਂ, ਇੰਨਾ ਭਾਰ ਆਪਣੇ ਉੱਤੇ ਸਹਿਣ ਕਰਕੇ ਬੈਠੀ ਹੈ, ਪਰ ਉਹਦੇ ਭੈ ਦੇ ਵਿੱਚ ਬੈਠੀ ਹੋਈ। ਆਪਣੇ ਤੇ ਮਾੜਾ ਜਿਹਾ ਭਾਰ ਹੋਵੇ ਨਾ, ਕਿਸੇ ਦੇ ਹੁਕਮ ਦਾ ਭਾਰ ਹੋਵੇ, ਆਪਾਂ ਕਹਿੰਦੇ ਅਸੀਂ ਕਿਸੇ ਦੇ ਭਾਰ ਥੱਲੇ ਨਹੀਂ ਜਿਉਣ ਵਾਲੇ, ਆਪਾਂ ਕਿਸੇ ਦਾ ਭਾਰ ਝੱਲਣ ਵਾਸਤੇ ਤਿਆਰ ਨਹੀਂ, ਆਪਾਂ ਆਪਣੀਆਂ ਜ਼ਿੰਮੇਵਾਰੀਆਂ ਦਾ ਭਾਰ ਝੱਲਣ ਵਾਸਤੇ ਵੀ ਜ਼ਿੰਦਗੀ 'ਚ ਤਿਆਰ ਨਹੀਂ। ਧਰਤੀ ਇੰਨਾ ਭਾਰ ਝੱਲਦੀ ਫਿਰ ਵੀ ਨਿਮਰਤਾ ਦੇ ਵਿੱਚ ਆ ਕਰਕੇ ਬੈਠੀ ਹੈ। ਕਿਉਂ? ਕਿਉਂਕਿ ਉਹਦੇ ਡਰ ਦੇ ਅੰਦਰ ਹੈ। ਨਹੀਂ ਤਾਂ ਜਿਸ ਦਿਨ ਅਸੀਂ ਮਰ ਜਾਂਦੇ ਹਾਂ, ਜਦੋਂ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਜਿਵੇਂ ਹੀ ਅਸੀਂ ਮਰਦੇ ਹਾਂ ਉਸੇ ਦਿਨ ਸਾਡੇ ਉੱਤੇ ਆ ਪੈਂਦੀ ਹੈ। ਪਹਿਲਾਂ ਸਾਰੀ ਜ਼ਿੰਦਗੀ ਸਾਡੇ ਪੈਰਾਂ ਥੱਲੇ ਰਹਿੰਦੀ ਹੈ ਧਰਤੀ। ਇਸ ਲਈ ਸਾਹਿਬ ਜੀ ਕਹਿੰਦੇ ਇਹ ਧਰਤੀ ਜੋ ਭਾਰ ਥੱਲੇ ਦੱਬੀ ਹੋਈ ਹੈ, ਇਹ ਸਿਰਫ ਅਕਾਲ ਪੁਰਖ ਪਰਮੇਸ਼ਰ ਦੇ ਭੈ ਦੇ ਵਿੱਚ ਹੈ। ਤਾਂ ਕਰਕੇ ਦੱਬੀ ਭੈ ਵਿੱਚ ਇੰਦ ਫਿਰੈ ਸਿਰ ਭਾਰ। ਭੈ ਦੇ ਵਿੱਚ ਇੰਦ ਭਾਵ ਇਹ ਬੱਦਲ, ਜਿਹਨੂੰ ਇੰਦਰ ਦੇਵਤਾ ਵੀ ਕਹਿੰਦੇ ਨੇ ਹਿੰਦੂ ਧਰਮ ਦੇ ਵਿੱਚ ਲੋਕ, ਇਹ ਬੱਦਲ ਜਿਹੜਾ ਹੈ ਫਿਰੈ ਸਿਰ ਭਾਰ, ਸਿਰ ਭਾਰ ਹੋ ਕਰਕੇ। ਸਿਰ ਭਾਰ ਦਾ ਮਤਲਬ ਹੁੰਦਾ ਹੈ, ਜਿਵੇਂ ਕਈ ਦਫਾ ਬੱਚੇ ਜਿਹੜੇ ਨੇ ਬਚਪਨ ਦੇ ਵਿੱਚ ਵੇਖਣਾ, ਉਹ ਹੱਥਾਂ ਨੂੰ ਜ਼ਮੀਨ ਤੇ ਲਾ ਕਰਕੇ ਪੈਰਾਂ ਨੂੰ ਉਤਾਂਹ ਕਰਕੇ ਇਸ ਤਰ੍ਹਾਂ ਤੁਰਦੇ ਸੀ, ਉਹਨੂੰ ਕਿਹਾ ਜਾਂਦਾ ਸੀ ਸਿਰ ਭਾਰ ਤੁਰਦੇ ਨੇ। ਭਾਵੇਂ ਉਹ ਹੱਥਾਂ ਦੇ ਉੱਤੇ ਜ਼ਿਆਦਾ ਵਜਨ ਦਿੰਦੇ ਸੀ, ਪਰ ਸਿਰ ਭਾਰ ਹੋ ਕਰਕੇ ਤੁਰਨਾ। ਇਹ ਬੱਦਲ ਵੀ ਸਿਰ ਭਾਰ ਹੋ ਕਰਕੇ ਪਾਣੀ ਦੇ ਨਾਲ ਭਰਿਆ ਹੋਇਆ, ਇੱਧਰ ਧਰਤੀ ਮਨੁੱਖਾਂ ਪਹਾੜਾਂ ਦੇ ਭਾਰ ਥੱਲੇ ਦੱਬੀ ਹੈ, ਤੇ ਉਧਰ ਉਹ ਮਣਾ ਮੂੰਹੀ ਪਾਣੀ ਦਾ ਭਾਰ ਲੈ ਕਰਕੇ ਸਿਰ ਭਾਰ ਹੋ ਕਰਕੇ ਇੰਦ ਫਿਰੈ। ਉਹ ਬੱਦਲ, ਉਹ ਇੰਦਰ ਜਿਹੜਾ ਹੈ ਧਰਤੀ ਦੇ ਉੱਤੇ ਫਿਰਦਾ ਉਹਦੇ ਭੈ ਵਿੱਚ। ਕਿਉਂਕਿ ਜੇ ਉਹ ਆਪਣੀ ਮਰਜ਼ੀ ਹੋਵੇ ਤੇ ਉਹ ਤਾਂ ਸ਼ਾਇਦ ਇੱਕ ਹੀ ਸ਼ਹਿਰ ਦੇ ਉੱਤੇ ਵਰਸੀ ਜਾਵੇ,
ਜਿਹੜੇ ਸ਼ਹਿਰ ਦੇ ਲੋਕ ਉਹਦੀ ਜ਼ਿਆਦੀ ਪੂਜਾ ਕਰਦੇ ਉਸ ਦਿਨ ਰਾਤ ਉੱਥੇ ਹੀ ਵਰਸੀ ਜਾਵੇ, ਦੂਜੇ ਸ਼ਹਿਰ ਜਿਹੜੇ ਉਹ ਸੋਕੇ ਨਾਲ ਹੀ ਮਰ ਜਾਣ। ਪਰ ਨਹੀਂ, ਉਹਦੇ ਭੈ ਵਿੱਚ ਹੈ, ਜਿੱਧਰ ਹੁਕਮ ਹੁੰਦਾ ਉਧਰ ਜਾ ਕਰਕੇ ਇੰਦ ਵਰਸਦਾ ਹੈ। ਭੈ ਵਿੱਚ ਰਾਜਾ ਧਰਮ ਦੁਆਰ, ਉਹਦੇ ਭੈ ਦੇ ਵਿੱਚ ਉਹ ਧਰਮ ਰਾਜਾ ਜਿਹੜਾ ਹੈ ਉਹਦੇ ਭੈ ਦੇ ਵਿੱਚ ਲੇਖਾ ਕਰ ਰਿਹਾ। ਨਹੀਂ ਤੇ ਸ਼ਾਇਦ ਜੇ ਉਹਨੂੰ ਭੈ ਡਰ ਨਾ ਹੋਵੇ ਵੀ ਮੇਰੇ ਉੱਤੇ ਕੋਈ ਸਾਈਂ ਖਸਮ ਪੁੱਛਣ ਵਾਲਾ ਬੈਠਾ ਹੈ, ਤੇ ਸ਼ਾਇਦ ਜੇ ਦੁਨੀਆ ਵੱਖ-ਵੱਖ ਦੇਵਤਿਆਂ ਨੂੰ ਅਰਾਧਦੀ ਹੈ ਤੇ ਲੋਕੀ ਜੇ ਧਰਮਰਾਜ ਦੀਆਂ ਤਸਵੀਰਾਂ ਬਣਾ ਕੇ ਉਹਦੀ ਪੂਜਾ ਕਰਨ ਲੱਗ ਪੈਂਦੇ, ਤੇ ਧਰਮਰਾਜ ਜੇ ਉਹਦੇ ਭੈ ਵਿੱਚ ਨਾ ਹੁੰਦਾ ਤੇ ਉਹਨੇ ਸਾਰਿਆਂ ਨੂੰ ਛੱਡ ਦੇਣਾ ਸੀ ਵੀ ਇਹ ਬੰਦੇ ਨੇ ਇੰਨੇ ਸਾਲ ਮੇਰੀ ਤਸਵੀਰ ਅੱਗੇ ਧੂਫ ਬੱਤੀ ਕੀਤੀ ਹੈ, ਭਾਵੇਂ ਕਿੰਨਾ ਪਾਪੀ ਹੈ ਪਰ ਮੇਰਾ ਭਗਤ ਸੀ, ਇਸ ਕਰਕੇ ਮੈਂ ਤਾਂ ਇਹਨੂੰ ਸਵਰਗਾਂ ਦੇ ਵਿੱਚ ਜ਼ਰੂਰ ਭੇਜਾਂਗਾ। ਪਰ ਨਹੀਂ, ਸਭ ਕਹਿੰਦੇ ਉਹਦੇ ਭੈ ਦੇ ਵਿੱਚ ਹੈ, ਉਹਦੇ ਡਰ ਦੇ ਵਿੱਚ ਹੈ। ਧਰਮਰਾਜ ਜਿਹੜਾ ਉਹਦੇ ਡਰ ਦੇ ਅੰਦਰ ਸਾਰਾ ਕਾਰਜ ਜਿਹੜਾ ਉਹ ਕਰ ਰਿਹਾ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇਹ ਸੂਰਜ ਵੀ ਉਹਦੇ ਭੈ ਦੇ ਵਿੱਚ ਹੈ, ਇਹ ਚੰਦ ਵੀ ਉਹਦੇ ਭੈ ਦੇ ਵਿੱਚ ਹੈ। ਉਹਦੇ ਡਰ ਵਿੱਚ ਸੂਰਜ ਚੜ੍ਹਦਾ ਹੈ, ਉਹਦੇ ਡਰ ਵਿੱਚ ਛਿਪ ਜਾਂਦਾ ਹੈ। ਜੇ ਉਹਦਾ ਭੈ ਨਾ ਹੋਵੇ ਤੇ ਸੂਰਜ ਵੀ ਜੇ ਜੀ ਕੀਤਾ ਤੇ ਚੜ ਪਏਗਾ, ਜੀ ਕੀਤਾ ਤੇ ਨਹੀਂ ਚੜੇਗਾ। ਚੰਦਰਮਾ ਵੀ ਆਖੇਗਾ ਵੀ ਹੁਣ 15 ਦਿਨ ਮੈਂ ਚੜ ਲਿਆ, 15 ਦਿਨ ਮੈਂ ਛੁੱਟੀ ਤੇ ਆ ਤੇ ਹੁਣ ਮੇਰਾ ਮਨ ਨਹੀਂ ਕਰਦਾ, ਇਸ ਕਰਕੇ 15 ਦਿਨ ਮੈਂ ਹਾਲੇ ਹੋਰ ਨਹੀਂ ਆਵਾਂਗਾ। ਅੱਜ ਮੇਰੇ ਕੋਲ ਸਮਾਂ ਨਹੀਂ, ਮੈਂ ਥੋੜਾ ਲੇਟ ਚੜਾਂਗਾ। ਅੱਜ ਮੈਂ ਕਿਤੇ ਜਾਣਾ ਹੈ ਤੇ ਮੈਂ ਥੋੜਾ ਜਿਹਾ ਸ਼ਾਮੀ ਜਲਦੀ ਆ ਜਾਵਾਂਗਾ। ਪਰ ਉਹਦੇ ਭੈ ਦੇ ਵਿੱਚ ਹਨ, ਭਾਵੇਂ ਸੂਰਜ ਹੈ ਭਾਵੇਂ ਚੰਦ ਹੈ, ਸਮੇਂ-ਸਮੇਂ ਤੇ ਆਉਂਦੇ ਨੇ, ਸਮੇਂ-ਸਮੇਂ ਤੇ ਆਪਣੀਆਂ ਡਿਊਟੀਆਂ ਅਕਾਲ ਪੁਰਖ ਵੱਲੋਂ ਲਾਈਆਂ ਜਿਹੜੀਆਂ ਉਹ ਨਿਭਾ ਜਾਂਦੇ ਨੇ। ਇਸ ਲਈ ਸਭ ਕਹਿੰਦੇ ਸੂਰਜ ਅਤੇ ਚੰਦ ਜਿਹੜੇ ਉਹਦੇ ਭੈ ਦੇ ਵਿੱਚ ਚੱਲ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।